ਯੈਸ, ਅੱਜ ਮੈਂ ਤੁਹਾਨੂੰ LPU ਦੀ ਈਕਨੈਕਟ ਦੇ ਥਰੂ ਅਸਾਈਨਮੈਂਟਾਂ ਕਿੱਦਾਂ ਡਾਊਨਲੋਡ ਕਰਨੀਆਂ ਨੇ, ਕਿੱਦਾਂ ਸਬਮਿਟ ਕਰਨੀਆਂ ਨੇ, ਕਿੱਦਾਂ ਅਪਲੋਡ ਕਰਨੀਆਂ ਨੇ, ਉਹਦੀ ਜਾਣਕਾਰੀ ਦੇਣ ਲੱਗਿਆ ਹਾਂ। ਸਭ ਤੋਂ ਪਹਿਲਾਂ ਤੁਸੀਂ ਆਪਣੇ ਫ਼ੋਨ ਤੋਂ ਜਾਂ ਆਪਣੇ PC ਤੋਂ ਬਰਾਊਜ਼ਰ 'ਚ ਜਾ ਕੇ ਚਾਹੇ ਗੂਗਲ 'ਤੇ ਲਿਖ ਦਿਓ LPU ਈਕਨੈਕਟ। ਜੇ ਤੁਹਾਡੇ ਕੋਲੇ ਈਕਨੈਕਟ ਦਾ ਲਿੰਕ ਹੈ ਨਹੀਂ ਓਪਨ ਕਰਨ ਦਾ, ਜਦੋਂ ਤੁਸੀਂ LPU ਈਕਨੈਕਟ ਲੌਗਇਨ ਕਰਨ ਦਾ ਲਿੰਕ ਲੱਭਣਾ ਹੋਵੇ, LPU ਈਕਨੈਕਟ ਲਿਖੋਗੇ, ਜਨਰਲੀ ਐਟ ਦੀ ਟਾਪਸ ਆਫ ਦੀ ਸਰਚ LPU ਈਕਨੈਕਟ ਦਾ ਲਿੰਕ ਆ ਜਾਊਗਾ। ਇਹਨੂੰ ਕਲਿੱਕ ਕਰੋਗੇ, ਦੈਨ ਤੁਹਾਨੂੰ ਆ ਵੈਬਸਾਈਟ ਮਿਲੀ ਜਿਹਦੇ ਵਿੱਚ ਕੰਪਿਊਟਰ ਪੁੱਛ ਰਿਹਾ ਜਾਂ ਸਿਸਟਮ ਪੁੱਛ ਰਿਹਾ ਤੁਹਾਡਾ ਲੌਗਇਨ ID ਕੀ ਹੈ ਐਂਡ ਪਾਸਵਰਡ ਕੀ ਹੈ। ਤੁਸੀਂ ਆਪਣੇ ਹਰ ਇੱਕ ਸਟੂਡੈਂਟ ਦੇ ਕੋਲ ਆਪਣੀ ਆਪਣੀ ਲੌਗਇਨ ID ਐਂਡ ਪਾਸਵਰਡ ਹੈ। ਜਿਵੇਂ ਮੈਂ ਐਗਜ਼ਾਮਪਲ ਦੇ ਤੌਰ 'ਤੇ ਕਿਸੇ ਇੱਕ ਸਟੂਡੈਂਟ ਦਾ ਡਿਮੋਨਸਟ੍ਰੇਟ ਕਰਨ ਵਾਸਤੇ ਉਹਦਾ ਮੈਂ ਲੌਗਇਨ ID ਐਂਡ ਪਾਸਵਰਡ ਫਿਲ ਕਰਕੇ ਲੌਗਇਨ ਕਰਤਾ। ਲੌਗਇਨ ਕਰਨ ਤੋਂ ਬਾਅਦ ਤੁਹਾਡੇ ਬਰਾਊਜ਼ਰ 'ਤੇ ਤੁਹਾਨੂੰ ਇੱਦਾਂ ਦੀ ਸਕਰੀਨ ਦਿਖੂਗੀ। ਜੇ ਅਗਰ ਉਹ ਫੋਨ 'ਤੇ ਹੈ ਤਾਂ ਤੁਹਾਨੂੰ ਚਲੋ ਐਂ ਸਹੀ, ਜਿਵੇਂ ਇਹ ਸਕਰੀਨ ਮਿਲੀ, ਇਹਦੇ ਵਿੱਚ ਪਹਿਲਾਂ ਤੁਹਾਨੂੰ ਮੈਂ ਤੁਹਾਡੀ ਜਿਹੜੀ ਈਕਨੈਕਟ ID ਲੌਗਇਨ ਕਰਨ ਤੋਂ ਬਾਅਦ ਆ ਜਿਹੜੀ ਇੰਟਰਫੇਸ ਹੈ ਇਹ ਸ਼ੋਅ ਕਰ ਦੇਵਾਂ। ਹਾਂ, ਜਿਵੇਂ ਇੱਥੇ ਤੁਹਾਡਾ ਨਾਮ ਲਿਖਿਆ ਹੋਇਆ, ਤੁਹਾਡਾ ਰਜਿਸਟ੍ਰੇਸ਼ਨ ਨੰਬਰ ਲਿਖਿਆ ਹੋਇਆ, ਤੁਹਾਡੀ ਸਨੈਪ ਜਾਂ ਪਿਕ ਵੀ ਲੱਗੀ ਹੋਈ ਹੈ। ਇੱਥੇ ਡੈਸ਼ਬੋਰਡ 'ਤੇ ਜਦੋਂ ਜਾਂਦੇ ਆ, ਇਹ ਡੈਸ਼ਬੋਰਡ ਹੈ ਹੀ ਹੈ, ਜੇ ਕਲਿੱਕ ਕਰਾਂਗੇ ਇਹੀ ਸਕਰੀਨ ਮੁੜ ਕੇ ਆ ਜਾਣੀ ਹੈ। ਇਹ ਡੈਸ਼ਬੋਰਡ ਹੈ ਤੁਹਾਡਾ। ਇਹਦੇ 'ਤੇ ਰਿਸੋਰਸਿਸ ਕੀ ਹੈ, ਰਿਸੋਰਸਿਸ ਦੇ ਵਿੱਚ ਇੱਥੇ ਕੁਛ ਨਹੀਂ ਦਿਖ ਰਿਹਾ, ਬਟ ਜਨਰਲੀ ਇੱਥੇ ਤੁਹਾਨੂੰ ਤੁਹਾਡੀਆਂ ਬੁੱਕਸ ਦੀ ਲਿਸਟ ਮਿਲਦੀ ਹੈ, ਲਿੰਕ ਹੁੰਦਾ, ਕਲਿੱਕ ਕਰਕੇ ਤੁਸੀਂ ਆਪਣੇ ਕੋਰਸ ਦੀ ਬੁੱਕ ਓਪਨ ਕਰ ਸਕਦੇ ਹੋ। ਅਤੇ ਆਹ ਹਨ ਹੈਪਨਿੰਗਸ ਜੋ ਯੂਨੀਵਰਸਿਟੀ ਵਿੱਚ ਪ੍ਰੈਜ਼ੈਂਟਲੀ ਕੋਈ ਨਿਊਜ਼ ਕਹਿ ਲਓ, ਇਹ ਯੂਨੀਵਰਸਿਟੀ ਦੀਆਂ ਨਿਊਜ਼ ਚੱਲ ਰਹੀਆਂ ਨੇ ਜੋ ਐਟ ਪ੍ਰੈਜ਼ੈਂਟ ਜਾਂ ਜੋ ਇਨ ਨੀਅਰ ਪਾਸਟ ਯੂਨੀਵਰਸਿਟੀ ਵਿੱਚ ਹੈਪਨਿੰਗਸ ਹੋਈਆਂ ਨੇ, ਉਹਨਾਂ ਦੀਆਂ ਇਹ ਨਿਊਜ਼ ਨੇ। ਦੈਨ CGPA ਇੱਥੇ ਹਲੇ ਬਲੈਂਕ ਹੈ। ਇਹ ਜਦੋਂ ਤੁਹਾਡੇ ਫਸਟ ਸਮੈਸਟਰ ਦੇ ਐਗਜ਼ਾਮ ਹੋਏ, ਰਿਜ਼ਲਟ ਆਇਆ, ਤਾਂ ਤੁਹਾਡੀ ਜਿਹੜੀ CGPA ਟੋਟਲ ਜਿੰਨੀ ਵੀ ਬਣੀ ਜਾਣੀ ਹੈ ਸਮੈਸਟਰ 1 ਦੀ, ਫਿਰ ਕਮੂਲੇਟਿਵ ਹੋ ਕੇ ਸਮੈਸਟਰ 2 ਦੀ, ਫਿਰ 3 ਦੀ ਜੋ ਵੀ CGPA ਹੋਊਗੀ ਉਹ ਤੁਹਾਨੂੰ ਇੱਥੇ ਸ਼ੋ ਹੋ ਜਾਵੇਗੀ। ਅਤੇ ਨੈਕਸਟ ਹੈਗਾ ਹੈ PCP ਅਟੈਂਡੈਂਸ। ਜਿਹੜੀਆਂ ਯੂਨੀਵਰਸਿਟੀ ਵੱਲੋਂ ਕਲਾਸਾਂ ਲੱਗਣੀਆਂ ਨੇ 22 ਤਰੀਕ ਤੋਂ ਸਟਾਰਟ ਨੇ। ਐਨੀਵੇ, ਉਹਦੀ ਰਜਿਸਟ੍ਰੇਸ਼ਨ ਜਿਹਨਾਂ ਨੇ ਕੀਤੀ ਹੋਈ ਹੈ ਉਹਨਾਂ ਨੂੰ ਕਲਾਸਾਂ ਲਗਾਉਣ ਦਾ ਮੌਕਾ ਮਿਲੂਗਾ। ਉਹਦੀ ਜੋ ਅਟੈਂਡੈਂਸ ਹੈ ਉਹ ਇੱਥੇ ਆਟੋਮੈਟਿਕਲੀ ਲਾਈਵ ਦਿਖਿਆ ਕਰੂਗੀ। ਅਤੇ ਆਪਾਂ ਇਸ ਤੋਂ ਅੱਗੇ ਚੱਲਦੇ ਹਾਂ। ਈਵੈਂਟਸ ਯੂਨੀਵਰਸਿਟੀ ਦੇ ਵਿੱਚ, ਜਿਵੇਂ ਵਾਈਵੈਂਟ ਨਾਂ ਦਾ ਇੱਕ ਈਵੈਂਟ ਹੈ 17 ਤੋਂ ਲੈ ਕੇ 19 ਤੱਕ, ਇਹ ਹੈ ਬਲਦੇਵ ਰਾਜ ਮਿੱਤਲ ਆਡੀਟੋਰੀਅਮ ਯੂਨੀਪੂਲ ਦੇ ਵਿੱਚ। ਇੱਦਾਂ ਹੀ ਹੋਰ ਜੋ ਵੀ ਈਵੈਂਟਸ ਨੇ। ਨੈਕਸਟ ਇੰਟਰਨੈਸ਼ਨਲ ਕਾਨਫਰੰਸ ਆਫ ਬਾਇਓ ਇੰਜੀਨੀਅਰਿੰਗ ਐਂਡ ਬਾਇਓ ਸਾਇੰਸਿਸ, ਇਹ 2022 ਦੀ ਕਾਨਫਰੰਸ ਹੈ 18 ਤੋਂ 19। ਜੋ ਯੂਨੀਵਰਸਿਟੀ ਵਿੱਚ ਅਪਕਮਿੰਗ ਈਵੈਂਟਸ ਨੇ ਉਹਨਾਂ ਦੀ ਇੱਥੇ ਲਿਸਟ ਆਉਂਦੀ ਹੈ, ਤੁਹਾਨੂੰ ਪਤਾ ਲੱਗ ਜਾਂਦਾ ਕਿ ਕਿਹੜਾ ਈਵੈਂਟ ਕਦੋਂ ਹੋ ਰਿਹਾ। ਜੇ ਤੁਸੀਂ ਕੋਈ ਰਿਲੇਟਡ ਇੱਦਾਂ ਦਾ ਈਵੈਂਟ ਹੈ ਜਿਹੜਾ ਤੁਹਾਡੇ ਨਾਲ ਇੰਟਰਸਟਡ ਹੈ ਜਾਂ ਤੁਹਾਡੇ ਨਾਲ ਰੈਲੇਵੈਂਟ ਹੈ, ਤੁਸੀਂ ਉਸ ਈਵੈਂਟ ਦੇ ਵਿੱਚ ਈਵਨ ਕਿ ਪਾਰਟੀਸਪੇਟ ਵੀ ਕਰ ਸਕਦੇ ਹੋ। ਯੂਨੀਵਰਸਿਟੀ ਨੇ ਈਵੈਂਟਸ ਵਾਸਤੇ ਈਵੈਂਟਸ ਵਿੱਚ ਪਾਰਟੀਸਪੇਸ਼ਨ ਵਾਸਤੇ ਰੈਗੂਲਰ ਐਂਡ ਡਿਸਟੈਂਸ ਨੂੰ ਇਕੁਅਲ ਕੀਤਾ ਹੋਇਆ ਆ। ਇਸ ਤੋਂ ਅੱਗੇ ਚੱਲਦੇ ਹਾਂ। ਟੂਡੇਜ਼ PCP, ਅੱਜ ਦੀਆਂ PCP ਕਲਾਸਿਸ ਕੋਈ ਹੈ ਨਹੀਂ, ਇਸ ਕਰਕੇ ਖਾਲੀ ਹੈ। ਜੇ ਹੋਣਗੇ ਇੱਥੇ ਲਿਸਟ ਵੀ ਆ ਜਾਂਦੀ ਹੈ ਕਿ ਅੱਜ ਤੁਹਾਡੀਆਂ PCP ਕਲਾਸ ਕਿਹੜੀ ਹੈ। ਇਹਨਾਂ ਨੂੰ ਆਪਾਂ ਛੱਡ ਦਿੰਦੇ ਹਾਂ, ਹਲੇ ਐਟ ਦਿਸ ਮੂਮੈਂਟ ਇਹਨਾਂ ਦੀ ਕੋਈ ਖਾਸ ਇੰਪੋਰਟੈਂਸ ਨਹੀਂ ਹੈ। ਦੈਨ ਆਹ ਇੱਕ ਪੈਂਡਿੰਗ ਅਸਾਈਨਮੈਂਟਸ। ਤੁਹਾਡੀਆਂ ਅਸਾਈਨਮੈਂਟਸ ਹਾਲੇ ਤੁਸੀਂ ਬਣਾਈਆਂ ਨਹੀਂ ਹੈਗੀਆਂ। DPBI 102 ਇਹ ਸਬਜੈਕਟ ਦੀਆਂ 2 ਅਸਾਈਨਮੈਂਟਾਂ ਹਨ, ਲੇਕਿਨ ਤੁਸੀਂ ਹਾਲੇ ਤੱਕ 0 ਆਊਟ ਆਫ 2, ਮਤਲਬ ਤੁਹਾਡੀਆਂ ਅਸਾਈਨਮੈਂਟਾਂ ਹਾਲੇ ਦੋਨੋਂ ਪੈਂਡਿੰਗ ਨੇ। ਇੰਗਲਿਸ਼ ਦੀਆਂ 3 ਨੇ, ਉਹ 'ਚੋਂ 0 ਬਣਾਈ ਹੋਈ ਹੈ, ਮਤਲਬ ਸਾਰੀਆਂ ਪੈਂਡਿੰਗ ਨੇ, 3 ਦੀਆਂ 3 ਨੇ। ਇਸ ਤਰ੍ਹਾਂ ਹੀ ਫੰਡਾਮੈਂਟਲਸ ਆਫ ਸੋਸ਼ੀਓਲੋਜੀ, ਇਹਦੀਆਂ ਵੀ 2 ਅਸਾਈਨਮੈਂਟਾਂ ਦੋਨੋਂ ਹੀ ਪੈਂਡਿੰਗ ਨੇ। ਜੇ ਤੁਸੀਂ ਕਲਿੱਕ ਕਰੋਗੇ ਵਿਊ ਮੋਰ, ਦੈਨ ਤੁਹਾਨੂੰ ਤੁਹਾਡੀਆਂ ਅਸਾਈਨਮੈਂਟਾਂ ਬਾਰੇ ਡਾਇਰੈਕਟ ਲਿੰਕ ਮਿਲ ਗਿਆ। ਜਸਟ ਵੇਟ। ਹੁਣ ਜਿਵੇਂ ਆਪਾਂ ਨੇ ਮੋਰ 'ਤੇ ਕਲਿੱਕ ਕੀਤਾ, ਦੈਨ ਡਾਇਰੈਕਟ ਉਹ ਸਾਨੂੰ ਸਾਰੀਆਂ ਅਸਾਈਨਮੈਂਟਾਂ ਸ਼ੋਅ ਕਰਨ ਲੱਗਿਆ। ਜਿਵੇਂ ਇੱਥੇ ਵੀ ਦਿਖ ਰਿਹਾ ਕਿ ਇਹਦੀਆਂ ਤੁਹਾਡੇ ਸਬਜੈਕਟ ਨੇ, ਇਹ ਕੀ ਹੈ DPB 102, ਇਹ ਸਟੂਡੈਂਟ ਦੇ ਸਬਜੈਕਟ ਨੇ।
ਤੁਹਾਡੇ ਜਿਹੜੇ ਸਬਜੈਕਟ ਨੇ 3 4 ਨੇ ਜਾਂ 5 ਨੇ ਜਾਂ 6 ਨੇ ਜਾਂ 7 ਨੇ, ਜਿੰਨੇ ਵੀ ਨੇ ਤੁਹਾਨੂੰ ਤੁਹਾਡੇ ਸਬਜੈਕਟ ਲਾਈਨ ਵਾਰ ਦੇਖਣਗੇ, ਜਿਨ੍ਹਾਂ ਦੀਆਂ ਅਸਾਈਨਮੈਂਟਾਂ ਯੂਨੀਵਰਸਿਟੀ ਨੇ ਤੁਹਾਨੂੰ ਬਣਾਉਣ ਵਾਸਤੇ ਦਿੱਤੀਆਂ ਹੋਈਆਂ ਨੇ। ਤੇ ਤੁਸੀਂ ਕੀ ਕਰੋਗੇ, ਜਿਹੜੇ ਸਬਜੈਕਟ ਦੀ ਅਸਾਈਨਮੈਂਟ ਡਾਊਨਲੋਡ ਕਰਨੀ ਆ ਉਸ ਸਬਜੈਕਟ ਨੂੰ ਕਲਿੱਕ ਕਰੋ। ਜਿਵੇਂ ਮੈਂ ਇਸ ਸਬਜੈਕਟ ਨੂੰ ਕਲਿੱਕ ਕੀਤਾ, ਦੈਨ ਕੀ ਹੋਇਆ, ਹੁਣ ਉਹਦੀਆਂ ਉਹ ਸ਼ੋਅ ਕਰ ਰਹੇ ਸੀ ਨਾ 2 ਅਸਾਈਨਮੈਂਟਾਂ ਨੇ, ਤਾਂ ਇਹ DPB 102 DPBI 102 ਸਬਜੈਕਟ ਦੀਆਂ ਦੋਨੋਂ ਅਸਾਈਨਮੈਂਟਾਂ ਹਾਲੇ ਇਹਦੀਆਂ ਪੈਂਡਿੰਗ ਨੇ ਮਨਪ੍ਰੀਤ ਸਿੰਘ ਦੀਆਂ। ਇਹਦੀ ਅਸਾਈਨਮੈਂਟ 1 ਪੈਂਡਿੰਗ, ਇਹਦੀ ਜਿਹੜੀ ਡੇਟ ਹੈ ਇਹ 4 ਨਵੰਬਰ 2022 ਨੂੰ ਅਸਾਈਨਮੈਂਟ ਆਈ ਸੀ, 7 ਦਸੰਬਰ ਲਾਸਟ ਡੇਟ ਹੈ ਅਸਾਈਨਮੈਂਟ ਸਬਮਿਟ ਕਰਨ ਦੀ, ਇਹਦੇ ਮਾਰਕਸ ਨੇ 20। ਦੂਜੀ ਅਸਾਈਨਮੈਂਟ ਦੀ ਸੇਮ ਹੋਈ, 4 ਨਵੰਬਰ ਨੂੰ ਆਈਆਂ ਨੇ, 7 ਨਵੰਬਰ ਲਾਸਟ ਡੇਟ ਹੈ, 20 ਮਾਰਕਸ ਦੀ ਇਹ ਅਸਾਈਨਮੈਂਟ ਹੈ। ਹੁਣ ਮੈਂ ਇੱਥੇ ਇਹ ਵੀ ਗੱਲ ਨਾਲ ਦੱਸਣੀ ਚਾਹੂੰਗਾ, ਵੈਸੇ ਤਾਂ 30 ਮਾਰਕਸ ਦੀ ਅਸੈਸਮੈਂਟ ਨੰਬਰ 30 ਵਿੱਚ ਲੱਗਣੇ ਆ, ਲੇਕਿਨ ਇੱਥੇ 20 ਦੀਆਂ ਹੀ ਨਹੀਂ, ਇਹਦਾ ਆਪਾਂ ਨੂੰ ਬੈਨੀਫਿਟ ਹੈ। ਆਪਾਂ 20 ਮਾਰਕਸ ਦਾ ਪੇਪਰ ਦੇਵਾਂਗੇ, ਮੰਨ ਲਓ 20 ਵਿੱਚੋਂ ਮੇਰੇ ਨੰਬਰ 20 ਆ ਗਏ, ਤਾਂ ਕੰਪਿਊਟਰ ਯਾਨੀ ਯੂਨੀਵਰਸਿਟੀ ਨੂੰ 30 ਚੋਂ ਬਣਾ ਲਊਗੀ, ਰੇਸ਼ੋ ਬਣਾ ਲਊਗੀ। ਸਪੋਜ਼ ਮੇਰੇ 20 ਚੋਂ 10 ਆਏ ਨੇ ਤਾਂ 50% ਹੋ ਗਏ, ਤਾਂ ਅਕੋਰਡਿੰਗਲੀ ਮੇਰੇ 30 ਚੋਂ 15 ਬਣ ਜਾਣਗੇ। ਤਾਂ ਯੂਨੀਵਰਸਿਟੀ ਜਦੋਂ ਮੈਨੂੰ ਫਾਈਨਲ ਮਾਰਕਸ਼ੀਟ ਦਊਗੀ, ਉਹ ਮਾਰਕਸ਼ੀਟ ਦੇ ਜਿਹੜੇ ਮਾਰਕਸ ਨੇ ਉਹ ਕੰਸੀਡਰ ਕੀ ਕਰੂਗੀ, 30 ਦੇ ਵਿੱਚੋਂ ਉਹ 20 ਚੋਂ ਜਿੰਨੇ ਮਾਰਕਸ ਲਏ ਨੇ ਉਹਨੂੰ ਰੇਸ਼ੋ 20 ਚੋਂ ਬਣਾ ਲੈਣੀ ਹੈ, ਤੇ 30 ਚੋਂ ਬਣਾ ਲੈਣੀ ਹੈ, 30 ਦੇ ਮਾਰਕਸ ਦੇਖੇ ਹੋਣਗੇ। ਇੱਕ ਹੋਰ ਗੱਲ, ਇਹ 20 + 20 ਦੀਆਂ 2 ਅਸਾਈਨਮੈਂਟਾਂ ਨੇ, ਕਿਸੇ ਦੀਆਂ 3 ਵੀ ਨੇ, ਮੈਂ ਫਿਰ ਬੈਕ ਕਰਦਾ, ਇਹਦੀਆਂ 2 ਨੇ, ਇਹ ਸਬਜੈਕਟ ਦੀਆਂ 3 ਨੇ, ਜਿਹਦੇ ਕ੍ਰੈਡਿਟ 6 ਨੇ ਉਹਦੀਆਂ ਅਸਾਈਨਮੈਂਟਾਂ 3 ਨੇ, ਜਿਹਦੇ ਕ੍ਰੈਡਿਟ 4 ਨੇ ਉਹਦੀਆਂ ਅਸਾਈਨਮੈਂਟਾਂ 2 ਨੇ। ਤੋ ਕਈ ਸਬਜੈਕਟ ਦੀਆਂ ਅਸਾਈਨਮੈਂਟਾਂ 2 ਨੇ, ਕਿਸੇ ਦੀਆਂ 3 ਨੇ, ਸ਼ਾਇਦ ਕਿਸੇ ਸਬਜੈਕਟ ਦੀਆਂ ਅਸਾਈਨਮੈਂਟਾਂ 4 ਵੀ ਹੋਣ। ਤਾਂ ਯੂਨੀਵਰਸਿਟੀ ਨੇ ਇਨਸਟਰਕਸ਼ਨਾਂ ਪੜ੍ਹ ਕੇ ਦੇਖੋ, ਇਹ ਲਿਖਿਆ ਹੋਇਆ ਕਿ ਜੇ 2 ਅਸਾਈਨਮੈਂਟਸ ਨੇ ਤਾਂ ਘੱਟੋ ਘੱਟ 1 ਅਸਾਈਨਮੈਂਟ ਬਣਾਉਣੀ ਜ਼ਰੂਰੀ ਹੈ, ਜੇ 3 ਨੇ ਤਾਂ ਘੱਟੋ ਘੱਟ 2 ਬਣਾਉਣੀ ਜ਼ਰੂਰੀ ਨੇ, ਜੇ 4 ਨੇ ਤਾਂ ਘੱਟੋ ਘੱਟ 3 ਬਣਾਉਣੀ ਜ਼ਰੂਰੀ ਨੇ। ਮੰਨ ਲਓ 2 ਨੇ, ਆਪਾਂ 1 ਬਣਾਈ, ਤਾਂ 1 ਜਿਹੜੀ ਬਣਾਈ ਉਹਦੇ ਜੋ ਮਾਰਕਸ ਨੇ ਉਹ ਲਗਾ ਦੇਣੇ ਆ। ਜੇ ਤੁਹਾਨੂੰ 2 ਦੀਆਂ 2 ਤੁਸੀਂ ਬਣਾਤੀਆਂ ਤਾਂ ਯੂਨੀਵਰਸਿਟੀ ਉਹਨਾਂ 'ਚੋਂ ਬੈਸਟ ਦੇਖ ਲੂਗੀ, ਜਿਹੜੀ ਬੈਸਟ ਹੈ ਉਹਦੀ ਨੰਬਰ ਯੂਨੀਵਰਸਿਟੀ ਐਡ ਕਰ ਲੂਗੀ। ਇੱਦਾਂ ਹੀ ਅਗਰ ਮੰਨ ਲਓ 3 ਨੇ ਐਨੀ 2 ਆਰ ਰਿਕੁਆਇਰਡ, ਤਾਂ 2 ਜਿਹੜੀਆਂ ਟੌਪ ਬੈਸਟ 2 ਹੋਣਗੀਆਂ ਉਹਨਾਂ ਦੀ ਐਵਰੇਜ ਕੰਪਿਊਟਰ ਨੇ ਕੱਢ ਕੇ ਜੋ ਉਹਦੇ ਮਾਰਕਸ ਨੇ ਉਹ ਤੁਹਾਡੇ CA ਦੇ ਵਿੱਚ ਐਡ ਹੋ ਜਾਣੇ ਆ। ਇਸ ਲਈ ਮੈਂ ਰਿਕਮੈਂਡ ਕਰਦਾ ਕਿ ਜ਼ਰੂਰ ਅਸਾਈਨਮੈਂਟਾਂ ਬਣਾਓ, ਤੁਹਾਡੇ ਮਾਰਕਸ ਦੇ ਵਿੱਚ ਐਡੀਸ਼ਨ ਹੋ ਜਾਂਦੀ ਹੈ। ਜੇ ਤੁਸੀਂ ਅਸਾਈਨਮੈਂਟ ਨਹੀਂ ਬਣਾਉਂਦੇ ਤਾਂ ਫਿਰ ਤੁਹਾਨੂੰ ਥਿਊਰੀ ਐਂਡ ਪ੍ਰੈਕਟੀਕਲ ਦੇ ਰਲਾ ਕੇ 40% ਘੱਟੋ ਘੱਟ ਮਾਰਕਸ ਲੈਣੇ ਪਾਸ ਹੋਣ ਵਾਸਤੇ ਜ਼ਰੂਰੀ ਨੇ। ਅਸਾਈਨਮੈਂਟ ਬਣਾਓਗੇ ਤਾਂ ਤੁਹਾਨੂੰ 40 ਨਹੀਂ 30% ਨਾਲ ਹੀ ਪਾਸ ਹੋ ਜਾਓਗੇ। ਤੇ ਅਸਾਈਨਮੈਂਟਾਂ ਕਲੀਅਰਲੀ ਸਾਫ਼ ਬਣਾਓ। ਅਸਾਈਨਮੈਂਟ ਕਿਵੇਂ ਡਾਊਨਲੋਡ ਕਰਨੀ ਹੈ, ਕਿਵੇਂ ਬਣਾਉਣੀ ਹੈ, ਉਹ ਮੈਂ ਹੁਣ ਦੱਸਣ ਲੱਗਿਆ। ਆਪਾਂ ਕੀ ਕਰਾਂਗੇ, ਪਹਿਲਾਂ ਇੱਕ ਸਬਜੈਕਟ ਖੋਲ੍ਹਿਆ, ਜਦੋਂ ਸਬਜੈਕਟ ਖੋਲ੍ਹਿਆ ਤਾਂ ਉਹਦੀਆਂ ਅਸਾਈਨਮੈਂਟ 1 and 2 ਦਿਖ ਰਹੀਆਂ ਨੇ, ਕਿਸੇ ਦੀਆਂ 3 ਹੋਣਗੀਆਂ ਤਾਂ ਇੱਥੇ ਨੀਚੇ 3 ਰੋਜ਼ ਆ ਜਾਣਗੀਆਂ। ਆਪਾਂ ਅਸਾਈਨਮੈਂਟ 1 'ਤੇ ਕਲਿੱਕ ਕਰਦੇ ਹਾਂ, ਦੈਨ ਕੀ ਹੋਇਆ, ਉਹ ਅਸਾਈਨਮੈਂਟ ਦੀ ਜਿਹੜੀ ਫਾਈਲ ਹੈ ਉਹ ਪਹਿਲਾਂ ਡਾਊਨਲੋਡ ਕਰਨੀ ਹੈ। ਦੇਖੋ ਆਹ ਬਟਨ ਹੈ ਨਾ, ਮੈਂ ਹੁਣ ਮਾਊਸ ਹਿਲਾ ਰਿਹਾ, ਹਾਈਲਾਈਟ ਵੀ ਕਰਕੇ ਦਿਖਾ ਸਕਦਾ ਮੈਂ, ਜਸਟ ਵੇਟ। ਜਿਵੇਂ ਆਹ ਬਟਨ ਹੈ ਓਪਨ / ਡਾਊਨਲੋਡ ਅਸਾਈਨਮੈਂਟ, ਇਹਨੂੰ ਕਲਿੱਕ ਕਰੋਗੇ। ਜਦੋਂ ਇਹਨੂੰ ਕਲਿੱਕ ਕਰੋਗੇ ਤਾਂ ਕੀ ਹੋਊਗਾ, ਕਲਿੱਕ ਕੀਤਾ ਤਾਂ ਹੋਇਆ ਨਹੀਂ ਕਲਿੱਕ, ਕਰੇ ਦੁਬਾਰਾ ਕਰਦਾ ਮੈਂ। ਜਦੋਂ ਇਹਨੂੰ ਕਲਿੱਕ ਕਰਦੇ ਹੋ, ਅੱਛਾ ਹੋ ਗਿਆ ਸੀ, ਉਹਨੇ ਆ ਅਸਾਈਨਮੈਂਟ ਤੁਹਾਨੂੰ ਕੱਢ ਕੇ ਦੇ ਦਿੱਤੀ, ਤੁਸੀਂ ਇਹਦਾ ਪ੍ਰਿੰਟ ਕਰ ਲੈਣਾ ਹੈ। ਹੁਣ ਇਹ ਪੰਜਾਬੀ DPBI 102 ਸਬਜੈਕਟ ਆ, ਉਹਦੀ ਅਸਾਈਨਮੈਂਟ ਹੈ। ਇੱਥੇ ਇਹਨਾਂ ਨੇ ਕੋਰਸ ਕੋਡ 'ਤੇ ਪ੍ਰਿੰਟਡ ਨਹੀਂ ਹੈਗਾ, ਤੁਸੀਂ ਆਪ ਲਿਖ ਲਓ DPBI 102 ਪੈਨ ਨਾਲ ਲਿਖ ਲਓ, ਕਿਉਂਕਿ ਵੈਸੇ ਤਾਂ ਕੋਡ ਲਿਖੇ ਹੁੰਦੇ ਨੇ, ਬਟ ਪਤਾ ਨਹੀਂ ਕੀ ਗੱਲ ਹੈ, ਯੂਨੀਵਰਸਿਟੀ ਪੰਜਾਬੀ ਜਨਰਲ ਨਹੀਂ ਪੰਜਾਬੀ ਇਲੈਕਟਿਵ ਦੇ ਕੋਡ ਨਹੀਂ ਲਿਖਦੀ ਹੈਗੀ, ਕੋਈ ਨਾ ਕੋਈ ਸੌਫਟਵੇਅਰ ਗਲਿਚ ਹੈ। ਐਨੀਵੇ ਇਹਦੇ 2 ਕੁਐਸਚਨ ਨੇ, ਇਹ ਕੁਐਸਚਨ 1 ਹੈ, ਇਹਦੇ ਨੀਚੇ ਚਲੋ ਸੈਕਿੰਡ ਪੇਜ 'ਤੇ ਕੁਐਸਚਨ 2 ਹੈ। ਤੁਸੀਂ ਇਨਸਟਰਕਸ਼ਨਾਂ ਵੀ ਜ਼ਰੂਰ ਪੜ੍ਹੋ। ਮੈਂ ਦੇਖਦਾ ਨਾ ਸਟੂਡੈਂਟ ਇਨਸਟਰਕਸ਼ਨਾਂ ਪੜ੍ਹਦੇ ਨਹੀਂ, ਬਾਅਦ 'ਚ ਕਹਿੰਦੇ ਜੀ ਮੈਂ ਤਾਂ ਐਂ ਬਣਾਉਣੀ ਆ। ਇਹਨੇ ਦੇਖਿਆ ਨਾ, attempt all questions of the assignment given below, attempt all questions given below in your own handwriting। ਅਸਾਈਨਮੈਂਟ ਵਾਸਤੇ ਜ਼ਰੂਰੀ ਹੈ ਤੁਸੀਂ ਆਪਣੇ ਪੈਨ ਨਾਲ ਆਪਣੀ ਹੈਂਡਰਾਈਟਿੰਗ ਦੇ ਵਿੱਚ ਇਹਨਾਂ ਦੇ ਆਨਸਰ ਪੇਪਰ 'ਤੇ ਲਿਖਣੇ ਆ। ਕਿਹੜੇ ਪੇਪਰ 'ਤੇ, ਪਹਿਲਾਂ ਇਹਨੂੰ ਪ੍ਰਿੰਟ ਕਰਵਾਓ, ਉਹੀ ਪ੍ਰਿੰਟ ਆਊਟ ਜਿਹੜੀ A4 'ਤੇ ਪ੍ਰਿੰਟ ਹੋਊਗਾ ਉਹਦੇ ਨੀਚੇ ਇਹਦੇ ਆਨਸਰ ਲਿਖਣੇ ਆ। ਅਸਾਈਨਮੈਂਟ ਇਨ ਟਾਈਪਡ ਫਾਰਮੈਟ ਵਿਲ ਨਾਟ ਬੀ ਕੰਸੀਡਰਡ ਫਾਰ ਇਵੈਲੂਏਸ਼ਨ। ਜੇ ਤੁਸੀਂ ਕਹੋ ਜੀ ਮੈਂ ਇਹਦੇ ਆਨਸਰ ਨੈੱਟ ਤੋਂ ਸਰਚ ਕਰ ਲਈ, ਜਾਂ ਮੈਂ ਕੰਪਿਊਟਰ 'ਤੇ ਵਰਡ 'ਚ ਟਾਈਪ ਕਰਕੇ ਪ੍ਰਿੰਟ ਕੱਢ ਕੇ
ਉਹ ਅਸਾਈਨਮੈਂਟ ਸਬਮਿਟ ਕਰੂੰਗਾ ਉਹਨੂੰ ਨਹੀਂ ਕੰਸੀਡਰ ਕੀਤਾ ਜਾਊਗਾ। ਦੂਜੀ ਗੱਲ, ਸਟੂਡੈਂਟ ਹੈਜ਼ ਟੂ ਕੰਪਲੀਟ ਦੀ ਅਸਾਈਨਮੈਂਟ ਇਨ ਐਲੋਕੇਟਡ ਪੇਜ ਓਨਲੀ। ਇਹਦਾ ਮਤਲਬ ਇਹ ਹੈ ਕਿ ਸਟੂਡੈਂਟ ਨੇ ਆਹ ਜਿਹੜਾ ਪੇਜ ਹੈ ਮੈਂ ਇਹਨੂੰ ਛੋਟਾ ਕਰਕੇ ਦਿਖਾਉਣਾ, ਇਸ ਪੇਜ ਨੂੰ ਜਦੋਂ ਪ੍ਰਿੰਟ ਕਰ ਲਿਆ, ਇਸ ਕੁਐਸਚਨ ਦਾ ਆਨਸਰ ਇਸ ਸਪੇਸ ਤੇ ਹੀ ਲਿਖਣਾ ਹੈ, ਇਸ ਤੋਂ ਬਾਹਰ ਨਹੀਂ ਲਿਖਣਾ ਹੈਗਾ। ਯਾਨੀ ਇੱਕ ਕੁਐਸਚਨ ਇੱਕ ਹੀ ਪੇਜ ਤੇ ਲਿਖਣੀ ਹੈ। ਅਗਰ ਤੁਸੀਂ ਦੂਜਾ ਪੇਜ ਯੂਜ਼ ਕਰਦੇ ਹੋ, ਐਨੀ ਅਦਰ ਪੇਜ ਇਨ ਕੇਸ ਯੂਟਿਲਾਈਜ਼ਡ ਸ਼ੈਲ ਨਾਟ ਬੀ ਕੰਸੀਡਰਡ। ਯਾਨੀ ਅਗਰ ਤੁਸੀਂ ਇਹ ਸੋਚਦੇ ਹੋ ਵੀ ਮੇਰਾ ਕੁਐਸਚਨ ਦਾ ਆਨਸਰ ਵੱਡਾ ਆ, ਇੱਕ ਪੇਜ ਤੇ ਮੈਂ ਕਿਵੇਂ ਲਿਖਾਂ, ਸਟੂਡੈਂਟ ਪੁੱਛਦੇ ਨੇ ਜੀ ਮੇਰਾ ਤਾਂ ਇਹ ਕੁਐਸਚਨ ਵੱਡਾ ਆ ਤੇ ਇੱਕ ਪੇਜ ਤੇ ਆ ਹੀ ਨਹੀਂ ਰਿਹਾ, ਮੈਂ 2 ਪੇਜ ਲਿਖ ਲਵਾਂ, ਲਿਖ ਲਓ, ਬਟ ਯੂਨੀਵਰਸਿਟੀ ਇਕੱਲੇ ਪਹਿਲੇ ਪੇਜ ਨੂੰ ਹੀ ਇਵੈਲੂਏਟ ਕਰੂਗੀ, ਇਸ ਲਈ ਨਾ ਲਿਖੋ। ਆਨਸਰ ਨੂੰ ਸ਼ਾਰਟ 'ਚ ਲਿਖ ਲਓ, ਅੱਖਰਾਂ ਦੇ ਸਾਈਜ਼ ਛੋਟੇ ਕਰ ਲਓ ਤਾਂ ਕਿ ਇੱਕ ਹੀ ਪੇਜ ਵਿੱਚ ਤੁਹਾਡਾ ਆਨਸਰ ਬਣ ਜਾਵੇ। ਚਲੋ ਮੈਂ ਇਹਨੂੰ ਬੰਦ ਕਰਦਾ, ਤੁਸੀਂ ਤਾਂ ਪ੍ਰਿੰਟ ਕਰਕੇ ਇਹਦੇ ਤੇ ਆਨਸਰ ਲਿਖ ਲੈਣੇ ਆ। ਇਹ ਜਿਵੇਂ ਕਿ ਇਹ ਸੀਗੀ ਇੱਕ ਅਸਾਈਨਮੈਂਟ, ਆਪਾਂ ਵਾਪਸ ਆ ਕੇ ਬਰਾਊਜ਼ਰ 'ਚ ਇੱਥੋਂ ਕੀਤਾ ਬੈਕ। ਇਸ ਤਰ੍ਹਾਂ ਹੀ ਦੂਜੀ ਅਸਾਈਨਮੈਂਟ ਉਸੇ ਸਬਜੈਕਟ ਦੀ ਡਾਊਨਲੋਡ ਕਰ ਲੈਣੀ ਹੈ, ਉਹਦਾ ਵੀ ਪ੍ਰਿੰਟ ਲੈ ਲੈਣਾ ਹੈ। ਫਿਰ ਬੈਕ ਕੀਤਾ, ਆਪਾਂ ਵਾਪਸ ਸਬਜੈਕਟਾਂ 'ਤੇ ਚਲੇ ਗਏ, ਇਹਦੇ ਦੂਜੇ ਸਬਜੈਕਟ ਦੀ ਪਹਿਲੀ ਅਸਾਈਨਮੈਂਟ ਖੋਲ੍ਹੋ, ਡਾਊਨਲੋਡ ਕਰੋ, ਖੋਲ੍ਹੋ ਪਹਿਲਾਂ ਇੱਦਾਂ, ਡਾਊਨਲੋਡ ਕਰੋ, ਆ ਬਟਨ ਦਬ ਕੇ ਡਾਊਨਲੋਡ ਕਰ ਲਈ, ਇਹ ਓਪਨ ਹੋ ਗਈ। ਓਪਨ ਹੋਣ ਤੋਂ ਬਾਅਦ ਇਹਦਾ ਪ੍ਰਿੰਟ ਲੈ ਲਿਆ, ਇਹਨੂੰ ਪ੍ਰਿੰਟ ਕਰਕੇ ਇਹਦੇ ਵੀ ਹਰ ਅਸਾਈਨਮੈਂਟ ਦੇ 2-2 ਕੁਐਸਚਨ ਨੇ, ਹਰ ਅਸਾਈਨਮੈਂਟ ਦੇ 2 ਪੇਜ ਹੀ ਹੋਣਗੇ, 2 ਪੇਜਾਂ 'ਚ ਇਹਦਾ ਆਨਸਰ ਲਿਖਣਾ ਆ, ਔਰ ਜਿਹੜੀ ਇਹ ਸ਼ੀਟ ਹੈ ਇਹਦੇ ਥੱਲੇ ਹੀ ਆਨਸਰ ਲਿਖਣਾ ਆ, ਨਵਾਂ ਅਲੱਗ ਤੋਂ ਪੇਪਰ ਨਹੀਂ ਯੂਜ਼ ਕਰਨਾ। ਇੱਦਾਂ ਹੀ ਮੈਂ ਫਿਰ ਬੈਕ ਕਰਦਾ, ਬੈਕ ਜਿਵੇਂ ਇੰਗਲਿਸ਼ ਦੀਆਂ 3 ਅਸਾਈਨਮੈਂਟਾਂ ਨੇ, ਜੇ ਤੁਸੀਂ ਟਾਈਮ ਹੈਗਾ ਤਾਂ 3 ਪੂਰੀਆਂ ਕਰੋ, ਜੇ ਨਹੀਂ ਟਾਈਮ ਤਾਂ ਘੱਟੋ ਘੱਟ 2 ਜ਼ਰੂਰ ਕਰੋ। ਦੋਵਾਂ ਦੀ ਜਿਹੜੀ ਐਵਰੇਜ ਹੈ, ਬੈਸਟ 2 ਦੀ ਐਵਰੇਜ ਹੈ, ਉਹ ਤੁਹਾਨੂੰ ਮਿਲੂਗੀ ਉਹਦੇ ਆਨਸਰਸ ਦੇ ਵਿੱਚ। ਹੁਣ ਮੈਂ ਫਿਰ ਬੈਕ ਕਰਦਾ, ਬਾਕੀ ਸਬਜੈਕਟਾਂ ਦੀ ਲਿਸਟ ਇੱਥੇ ਆ ਗਈ। ਮੈਂ ਤੁਹਾਨੂੰ ਹਿਸਟਰੀ ਦੇ ਸਬਜੈਕਟ ਦੀ ਅਸਾਈਨਮੈਂਟ ਕੱਢ ਕੇ ਦਿਖਾਉਣਾ। ਜਿਹੜਾ ਹਿਸਟਰੀ ਸਬਜੈਕਟ ਹੈ, ਜਦੋਂ ਇਹਦੀ ਅਸਾਈਨਮੈਂਟ ਡਾਊਨਲੋਡ ਕਰਦੇ ਹੋ, ਇਹਦੇ ਵਿੱਚ ਮੰਨ ਲਓ ਤੁਸੀਂ ਇਹ ਸਬਜੈਕਟ ਕਲਿੱਕ ਕੀਤਾ, ਡਾਊਨਲੋਡ ਕਰਦੇ ਹੋ, ਅਸਾਈਨਮੈਂਟ 1, 2 ਦੋਨੋਂ ਦਿਖਣਗੀਆਂ। ਹਾਂ, ਇਹ ਅਸਾਈਨਮੈਂਟ 1 ਸੀ ਨਾ, ਅਸਾਈਨਮੈਂਟ 1 ਆਪਾਂ ਓਪਨ ਡਾਊਨਲੋਡ 'ਤੇ ਕਲਿੱਕ ਕੀਤਾ। ਹਿਸਟਰੀ ਸਬਜੈਕਟ ਦੀ ਮੈਂ ਤਾਂ ਕੱਢੀ ਹੈ, ਇਹਦੇ 6 ਪੇਜ ਨੇ, 2 ਪੇਜ ਇੰਗਲਿਸ਼ 'ਚ ਨੇ, ਪਹਿਲਾ ਪੇਜ ਇੰਗਲਿਸ਼ 'ਚ, ਦੂਜਾ ਵੀ ਇੰਗਲਿਸ਼ 'ਚ, 2 ਪੇਜ ਹਿੰਦੀ 'ਚ ਨੇ, 2 ਪੇਜ ਪੰਜਾਬੀ 'ਚ ਨੇ। ਸਟੂਡੈਂਟ 'ਤੇ ਡਿਪੈਂਡ ਕਰਦਾ ਆ, ਸਟੂਡੈਂਟ ਕਿਹੜੇ ਮੀਡੀਅਮ ਦੇ ਵਿੱਚ ਲਿਖਣੀ ਚਾਹੁੰਦਾ ਆ, ਉਹ ਉਹੀ ਪ੍ਰਿੰਟ ਕੱਢ ਲਵੇ। ਜੇ ਪੰਜਾਬੀ ਮੀਡੀਅਮ 'ਚ ਉਹਨੇ ਆਨਸਰ ਲਿਖਣੇ ਆ ਤਾਂ ਪੰਜਾਬੀ ਵਾਲੀ ਦੇ 2 ਪੇਜ ਪ੍ਰਿੰਟ ਕਰਵਾਏ, ਪ੍ਰਿੰਟ ਕਰਾ ਕੇ ਉਹਦੇ 'ਤੇ ਆਨਸਰ ਲਿਖ ਲਵੇ। ਜੇ ਹਿੰਦੀ 'ਚ ਉਹਨੇ ਆਨਸਰ ਲਿਖਣਾ ਤਾਂ ਹਿੰਦੀ ਵਾਲੀ ਪ੍ਰਿੰਟ ਕਰਵਾ ਲਵੇ, ਜੇ ਉਹਦਾ ਮੀਡੀਅਮ ਇੰਗਲਿਸ਼ ਹੈ ਤਾਂ ਇੰਗਲਿਸ਼ ਵਾਲੀ ਨੂੰ ਪ੍ਰਿੰਟ ਕਰਵਾ ਕੇ ਉਹਦੇ ਆਨਸਰ ਇੰਗਲਿਸ਼ 'ਚ ਲਿਖੇ। ਤਾਂ 6 ਨਹੀਂ, 2 ਹੀ ਕੱਢਣੀਆਂ ਨੇ, ਇਹ ਵੀ ਧਿਆਨ ਰੱਖਿਓ, ਜ਼ਿਆਦਾ ਪੇਜ ਨਾ ਵੇਸਟ ਕਰਿਓ। ਬੈਕ ਇੱਦਾਂ ਹੀ ਸੋਸ਼ੀਓਲੋਜੀ ਵੀ 3 ਮੀਡੀਅਮ 'ਚ ਅਵੇਲੇਬਲ ਹੈ, ਇਸ ਕਰਕੇ ਸੋਸ਼ੀਓਲੋਜੀ ਦੀ ਵੀ ਜੇ ਤੁਸੀਂ ਅਸਾਈਨਮੈਂਟ ਡਾਊਨਲੋਡ ਕਰਦੇ ਹੋ, ਇਹਦੇ ਵੀ ਤੁਹਾਨੂੰ 6 ਪੇਜ ਮਿਲਣਗੇ, 2 ਹਿੰਦੀ ਦੇ, 2 ਇੰਗਲਿਸ਼ ਦੇ, 2 ਪੰਜਾਬੀ ਦੇ। ਤੁਸੀਂ ਆਪਣੇ ਜਿਹੜਾ ਤੁਹਾਡਾ ਮੀਡੀਅਮ ਹੈ ਉਹਦੇ ਮੁਤਾਬਕ ਅਸਾਈਨਮੈਂਟਾਂ ਦੇ ਪ੍ਰਿੰਟ ਕੱਢ ਕੇ ਉਹਦੇ ਆਨਸਰ ਲਿਖ ਕੇ ਉਹਨਾਂ ਨੂੰ ਸਬਮਿਟ ਕਿਵੇਂ ਕਰਨਾ ਹੈ। ਮੰਨ ਲਓ ਮੈਂ ਬਣਾ ਲਈਆਂ, ਬਣਾਉਣ ਤੋਂ ਬਾਅਦ ਸਬਮਿਟ ਕਰਨ ਵਾਸਤੇ ਮੈਂ ਦੁਬਾਰਾ ਫਿਰ ਆਪਣੀ ਇਕਨੈਕਟ 'ਤੇ ਇੱਦਾਂ ਹੀ ਆਊਂਗਾ। ਜੇ ਸਪੋਜ਼ ਕਰੋ ਪੰਜਾਬੀ ਦੀ ਮੈਂ ਅਪਲੋਡ ਕਰਨੀ ਹੈ ਤਾਂ ਪੰਜਾਬੀ 'ਤੇ ਮੈਂ ਕਲਿੱਕ ਕਰਿਆ, ਇਹਦੇ ਵਿੱਚ ਅਸਾਈਨਮੈਂਟ 1 ਅਪਲੋਡ ਕਰਨੀ ਹੈ, ਅਸਾਈਨਮੈਂਟ 1 'ਤੇ ਕਲਿੱਕ ਕੀਤਾ, ਦੈਨ ਇੱਥੇ ਆ ਜਾਂਦਾ ਸਿਲੈਕਟ ਫਾਈਲ। ਮੈਂ ਦੱਸ ਕਰ ਰਿਹਾ, ਆਹ ਬਟਨ ਹੈ ਸਿਲੈਕਟ ਫਾਈਲ, ਇਹਦੇ 'ਤੇ ਜਦੋਂ ਕਲਿੱਕ ਕਰੋਗੇ ਦੈਨ ਕੰਪਿਊਟਰ ਪੁੱਛੂਗਾ ਫਾਈਲ ਕਿੱਥੇ ਪਈ ਹੈ। ਜੇ ਤੁਸੀਂ ਕੰਪਿਊਟਰ ਜਾਂ PC ਯੂਜ਼ ਕਰ ਰਹੇ ਹੋ ਤਾਂ ਤੁਹਾਨੂੰ ਇਹ ਕਰਨਾ ਪਊਗਾ ਕਿ ਅਸਾਈਨਮੈਂਟਾਂ ਨੂੰ ਸਕੈਨ ਕਰਕੇ PC ਦੇ ਕਿਸੇ ਫੋਲਡਰ 'ਚ ਸੇਵ ਕਰ ਲਓ, ਅਤੇ ਜਦੋਂ ਤੁਸੀਂ ਸਿਲੈਕਟ ਫਾਈਲ 'ਤੇ ਕਲਿੱਕ ਕਰਦੇ ਹੋ ਕੰਪਿਊਟਰ ਪੁੱਛੂਗਾ ਕਿੱਥੇ ਪਈ ਹੈ ਫਾਈਲ। ਉਹ ਫਾਈਲ JPG ਚਾਹੀਦੀ ਹੈ, PDF ਨਹੀਂ ਚਾਹੀਦੀ ਹੈਗੀ। 2 ਫਾਈਲਾਂ ਹੋਣਗੀਆਂ ਕਿਉਂਕਿ ਇੱਕ ਅਸਾਈਨਮੈਂਟ ਦੇ 2 ਪੇਜ ਨੇ, 2 ਪੇਜ 2 JPG ਫਾਈਲਾਂ 'ਚ ਅਲੱਗ-ਅਲੱਗ ਸੇਵ ਹੋਣਗੇ। ਤਾਂ ਜਿਵੇਂ ਮੈਂ ਇੱਥੇ ਫਾਰ ਐਗਜ਼ਾਮਪਲ ਆਹ ਤੇ 2 ਮੰਨ ਲੈਣਾ, ਇਹ ਮੈਂ ਦੋਨੇ ਇਕੱਠੀਆਂ ਨੂੰ ਸਿਲੈਕਟ ਕਰਕੇ ਓਪਨ 'ਤੇ ਕਲਿੱਕ ਕਰੂੰਗਾ ਤਾਂ ਇਹ ਦੋਨੇ ਨੂੰ ਇੱਥੇ ਅਪਲੋਡ ਕਰ ਦੂਗਾ। ਇਹ ਹੁਣ ਨਹੀਂ ਹੋਈ ਕਿਉਂਕਿ ਉਹ ਫਾਈਲ ਦੀ ਫਾਰਮੈਟ ਸਹੀ ਨਹੀਂ ਹੈਗੀ। ਫਾਈਲ ਇੱਕ ਪੋਰਟਰੇਟ ਇੱਕ ਲੈਂਡਸਕੇਪ ਹੈ, ਇਹਨੇ ਉਹਨੂੰ ਐਕਸੈਪਟ ਨਹੀਂ ਕੀਤਾ। ਵੈਸੇ ਐਕਸੈਪਟ ਕਰ ਲੈਂਦਾ ਜਦ ਤੁਸੀਂ ਕਲਿੱਕ ਕਰਕੇ ਤੁਹਾਡੇ ਜਿਹੜੇ 2 ਪੇਜ ਹੋਣਗੇ, ਜਿਵੇਂ ਆ ਇੱਕ ਪੇਜ ਹੈ ਇਹਦਾ ਵੀ ਸਾਈਜ਼ ਸ਼ਾਇਦ ਸੈੱਟ ਨਾ ਹੋਵੇ, ਮੈਂ ਕਲਿੱਕ ਕਰਾਂ ਮੇਬੀ ਉਹ ਨਾ ਐਕਸੈਪਟ ਕਰੇ ਕਿਉਂਕਿ ਇਹਦਾ ਪੇਜ, ਇਹਦਾ ਸਾਈਜ਼ ਪੇਪਰ ਦੀ ਰੇਸ਼ੋ ਦੇ ਹਿਸਾਬ ਨਾਲ ਸਹੀ ਨਹੀਂ ਹੈਗਾ। ਜਦ ਤੁਸੀਂ ਆਪਣੇ ਅਸਾਈਨਮੈਂਟ ਦੇ ਪੇਜ ਨੂੰ ਸਕੈਨ ਕਰਕੇ ਆਪਣੇ ਕੰਪਿਊਟਰ 'ਚ ਸੇਵ ਕਰ ਲਓਗੇ, ਉਹ ਸੇਵ ਕੀਤੀ ਹੋਈ JPG ਫਾਈਲ ਨੂੰ ਉੱਥੋਂ ਸਿਲੈਕਟ ਕਰ ਸਕਦੇ ਹੋ। ਹੋਰ ਗੱਲ ਬਹੁਤ ਸੌਖੀ ਹੈ, ਇਸ ਵਾਸਤੇ ਤੁਹਾਨੂੰ ਕੈਫੇ 'ਤੇ ਜਾਣ ਦੀ ਲੋੜ ਨਹੀਂ ਹੈ। ਤੁਸੀਂ ਆਪਣੇ ਫੋਨ 'ਤੇ ਇਕਨੈਕਟ ਖੋਲ੍ਹ ਲਈ, ਇਸੇ ਪ੍ਰੋਸੈਸ ਵਿੱਚ ਇੱਦਾਂ ਹੀ ਚਲੇਗੇ। ਜਦੋਂ ਫੋਨ ਦੇ ਵਿੱਚ ਇਹ ਬਟਨ ਕਲਿੱਕ ਕਰੋਗੇ ਤਾਂ ਤੁਹਾਨੂੰ ਆਪਸ਼ਨ ਫੋਨ ਦਊਗਾ ਫਰੋਮ ਕਿੱਥੋਂ, ਫਰੋਮ ਕੈਮਰਾ ਜਾਂ ਫਰੋਮ ਫਾਈਲ। ਤੁਸੀਂ ਫਰੋਮ ਕੈਮਰਾ ਕਲਿੱਕ ਕਰਕੇ ਉਸੇ ਸਮੇਂ ਕੈਮਰੇ ਤੋਂ ਫੋਟੋ ਕਲਿੱਕ ਕਰਕੇ
ਵੀ ਅਪਲੋਡ ਕਰ ਸਕਦੇ ਹੋ, ਬਟ ਮੇਕ ਸ਼ੋਰ ਕਿ ਤੁਹਾਡੇ ਸਮਾਰਟਫੋਨ ਦਾ ਜਿਹੜਾ ਕੈਮਰਾ ਹੈ ਉਹਦੀ ਕੁਆਲਿਟੀ ਠੀਕ ਹੋਵੇ। ਐ ਨਾ ਹੋਵੇ ਕਿ ਤੁਸੀਂ ਸਬਮਿਟ ਕਰਤੀ ਲੇਕਿਨ ਉਹ ਐਗਜ਼ਾਮੀਨਰ ਇਵੈਲੂਏਟਰ ਪੜ੍ਹ ਹੀ ਨਾ ਸਕੇ। ਜੇ ਉਹ ਫੋਟੋ ਜਿਹੜੀ ਤੁਹਾਡੀ ਅਸਾਈਨਮੈਂਟ ਦੀ ਹੈ ਉਹ ਰੀਡੇਬਲ ਨਾ ਹੋਈ ਤਾਂ ਤੁਹਾਡੇ ਮਾਰਕਸ 0 ਲੱਗ ਜਾਣਗੇ। ਰੀਡੇਬਲ ਹੋਵੇ ਵਧੀਆ ਮਾਰਕਸ ਲੱਗ ਜਾਂਦੇ ਨੇ। ਬਸ ਇੰਨਾ ਧਿਆਨ ਰੱਖਿਓ। ਜਦ ਤੁਸੀਂ ਸਿਲੈਕਟ ਫਾਈਲ 'ਤੇ ਕਲਿੱਕ ਕਰਦੇ ਹੋ ਫੋਨ ਤੋਂ ਜਾਂ ਕੰਪਿਊਟਰ ਤੋਂ, 2 ਫਾਈਲਾਂ JPG ਇੱਥੇ ਲੈ ਕੇ ਆਉਣੀਆਂ ਨੇ। ਜਦੋਂ 2 ਫਾਈਲਾਂ ਆ ਗਈਆਂ ਤੁਸੀਂ ਇੱਥੇ ਪ੍ਰੀਵਿਊ ਬਟਨ ਵੀ ਦਿਖੂਗਾ, ਕਲਿੱਕ ਕਰਕੇ ਪ੍ਰੀਵਿਊ ਵੀ ਕਰ ਸਕਦੇ ਹੋ। ਪ੍ਰੀਵਿਊ ਕਰਕੇ ਦੇਖ ਸਕਦੇ ਹੋ ਵੀ ਤੁਹਾਨੂੰ ਦਿਖ ਰਹੀਆਂ ਨੇ। ਜੇ ਤੁਹਾਨੂੰ ਦਿਖ ਰਹੀਆਂ ਨੇ, ਪੜ੍ਹ ਹੁੰਦੀਆਂ ਨੇ, ਤਾਂ ਫਿਰ ਇਵੈਲੂਏਟਰ ਵੀ ਦੇਖ ਲੂਗਾ। ਫਿਰ ਤੁਸੀਂ ਜਦੋਂ ਕਲੀਅਰ ਹੈ ਕਿ ਸਹੀ ਨੇ, ਪੜ੍ਹ ਹੁੰਦੀਆਂ ਨੇ, ਦੈਨ ਯੂ ਕਲਿੱਕ ਦਿਸ ਬਟਨ ਸਬਮਿਟ ਅਸਾਈਨਮੈਂਟ। ਇਹਨੂੰ ਕਲਿੱਕ ਕਰੋਗੇ ਫਿਰ ਇਹ ਅਸਾਈਨਮੈਂਟ ਸਬਮਿਟ ਹੋ ਜਾਊਗੀ। ਫਿਰ ਐਂਡ 'ਤੇ ਜਦੋਂ ਸਬਮਿਟ ਅਸਾਈਨਮੈਂਟ 'ਤੇ ਕਲਿੱਕ ਕਰੋਗੇ ਕੰਪਿਊਟਰ ਪੁੱਛੂਗਾ ਆਰ ਯੂ ਸ਼ੋਰ, ਤੁਸੀਂ ਯੈਸ ਕਰ ਦੋਗੇ, ਅਸਾਈਨਮੈਂਟ ਸਬਮਿਟ ਹੋ ਜਾਊਗੀ। ਸਬਮਿਟ ਹੋਣ ਤੋਂ ਬਾਅਦ ਇੱਥੇ ਦੋਨੋਂ ਪੇਜ ਦਿਖ ਜਾਣਗੇ। ਫਿਰ ਇੱਦਾਂ ਹੀ ਬੈਕ ਕਰੋ, ਵਾਪਸ ਆਓ। ਦੂਜੀ ਅਸਾਈਨਮੈਂਟ ਆਪਾਂ ਅਪਲੋਡ ਕਰਨੀ ਹੈ, ਦੂਜੀ ਅਸਾਈਨਮੈਂਟ ਤਿਆਰ ਕੀਤੀ ਹੋਈ ਹੈ, ਉਹਦੇ 2 ਪੇਜ ਆਪਣੇ ਸਾਹਮਣੇ ਰੱਖੇ ਹੋਏ ਨੇ। ਦੈਨ ਇਹਨੂੰ ਕਲਿੱਕ ਕਰੋ। ਕਲਿੱਕ ਕਰਕੇ ਇਸੇ ਤਰੀਕੇ ਨਾਲ ਸਿਲੈਕਟ ਫਾਈਲ 'ਤੇ ਕਲਿੱਕ ਕਰਕੇ ਕੈਮਰੇ ਤੋਂ ਫੋਟੋ ਕਲਿੱਕ ਕਰ ਲਓ ਜਾਂ ਆਪਣੇ ਕੰਪਿਊਟਰ ਸੇਵ ਫਾਈਲਾਂ 'ਚੋਂ ਸਿਲੈਕਟ ਕਰੋ ਅਤੇ ਉਹਨੂੰ ਅਪਲੋਡ ਕਰ ਦਿਓ। ਇਸ ਵੇ ਨਾਲ ਤੁਸੀਂ 1 by 1 ਆਪਣੀਆਂ ਅਸਾਈਨਮੈਂਟਸ ਨੂੰ ਟਾਈਮਲੀ ਬਣਾ ਕੇ ਸਬਮਿਟ ਕਰੀ ਚੱਲੋ। ਇਹ ਵੀ ਜ਼ਰੂਰੀ ਨਹੀਂ ਹੈ ਕਿ ਸਾਰੀਆਂ ਅਸਾਈਨਮੈਂਟਾਂ ਪਹਿਲਾਂ ਇਕੱਠੀਆਂ ਤਿਆਰ ਕਰੋ ਫਿਰ ਇਕੱਠੀਆਂ ਅਪਲੋਡ ਕਰੋ। ਬੈਟਰ ਹੈ ਤੁਸੀਂ ਇੱਕ ਸਬਜੈਕਟ ਸ਼ੁਰੂ ਕਰ ਲਿਆ, ਉਹਦੀਆਂ ਅਸਾਈਨਮੈਂਟਾਂ ਤਿਆਰ ਕਰ ਲਈਆਂ, ਉਹ ਜਦੇ ਅਪਲੋਡ ਕਰ ਦਿਓ। ਪਹਿਲੀ ਅਸਾਈਨਮੈਂਟ ਤਿਆਰ ਹੋ ਗਈ, ਅਪਲੋਡ ਕਰ ਲਓ 2 ਪੇਜਾਂ ਦੀ। ਦੂਜੀ ਅਸਾਈਨਮੈਂਟ ਤਿਆਰ ਹੋਈ, 2 ਪੇਜ ਬਣ ਗਏ, ਅਪਲੋਡ ਕਰ ਦਿਓ। 1 by 1 ਨਾਲ ਅਪਲੋਡ ਕਰੀ ਚਲੋ। ਤੁਹਾਨੂੰ ਇੱਥੇ ਸਟੇਟਸ ਦਿਖੀ ਚੱਲੂਗਾ 1 of 2, 2 of 2। ਜਦੋਂ ਇੱਥੇ ਆ ਗਿਆ 2 of 2 ਇਟ ਮੀਨਸ ਕਿ ਤੁਹਾਡੀਆਂ 2 ਸੀ, ਦੋਨੇ ਤੁਸੀਂ ਸਬਮਿਟ ਕਰ ਦਿੱਤੀਆਂ ਨੇ। ਤਾਂ ਇਸ ਵੇ ਨਾਲ ਸਾਰੇ ਸਟੂਡੈਂਟਸ ਨੂੰ ਸਪੈਸ਼ਲੀ ਹਦਾਇਤ ਦਿੱਤੀ ਜਾਂਦੀ ਹੈ ਕਿ ਉਹ ਆਪਣੀਆਂ ਅਸਾਈਨਮੈਂਟਾਂ ਟਾਈਮ 'ਤੇ ਸਬਮਿਟ ਕਰਵਾ ਦਿਓ। ਮਾਰਕਸ ਦੇ ਵਿੱਚ ਵਾਧਾ ਅਤੇ ਪਾਸ ਹੋਣਾ ਆਸਾਨ ਹੋ ਜਾਂਦਾ ਆ। ਬਹੁਤ ਹੀ ਫ੍ਰੀ ਦੇ ਨਾਲ ਮਾਰਕਸ ਨੇ, ਬਹਾਨੇ ਸਿਰ ਤੁਹਾਡੀ ਤਿਆਰੀ ਹੋ ਜਾਂਦੀ ਹੈ। ਜਦ ਤੁਸੀਂ ਅਸਾਈਨਮੈਂਟ ਦੇ ਕੁਐਸਚਨ ਲਿਖਦੇ ਹੋ ਆਪਣੇ ਹੱਥੀਂ ਤਾਂ ਘੱਟੋ ਘੱਟ ਉਹ ਸਬਜੈਕਟ ਜਾਂ ਉਹਨਾਂ ਕੁ ਪਾਰਟ ਜਾਂ ਉਹ ਟੌਪਿਕ ਤੁਹਾਨੂੰ ਯਾਦ ਰਹੂਗਾ। ਜਦੋਂ ਯਾਦ ਰਹੂਗਾ ਐਂਡ ਟਰਮ ਐਗਜ਼ਾਮੀਨੇਸ਼ਨ 'ਚ ਵੀ ਤੁਹਾਨੂੰ ਲਿਖਣ ਦੀ ਆਦਤ ਪਈ ਹੋਊਗੀ, ਤੁਸੀਂ ਲਿਖੋਗੇ, ਪਾਸ ਹੋਣਾ ਤੁਹਾਡੇ ਵਾਸਤੇ ਆਸਾਨ ਹੋ ਜਾਊਗਾ। ਵਿਸ਼ ਯੂ ਆਲ ਦੀ ਬੈਸਟ। ਹੋਰ ਵੀ ਗੱਲਾਂ ਨੇ, ਮੈਂ ਵਾਪਸ ਆਉਣਾ ਡੈਸ਼ਬੋਰਡ 'ਤੇ। ਇਹਦੇ 'ਚ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਹਮੇਸ਼ਾ ਜਦ ਵੀ ਤੁਸੀਂ ਟਾਈਮ ਲੱਗੇ ਆਪਣੀ ਈਕਨੈਕਟ ਨੂੰ ਲੌਗਇਨ ਕਰ ਲਓ। ਲੌਗਇਨ ਕਰਕੇ ਉੱਪਰਲੀਆਂ ਜਿਹੜੀਆਂ ਰਿਸੋਰਸਿਸ ਨੇ ਇਹਨਾਂ ਵੱਲ ਤਾਂ ਚਾਹੇ ਧਿਆਨ ਦਿਓ ਜਾਂ ਨਾ ਦਿਓ, ਲੇਕਿਨ ਐਂਡ ਦੇ ਉੱਤੇ ਯੂਨੀਵਰਸਿਟੀ ਨੇ ਪਤਾ ਨਹੀਂ ਕਿਉਂ ਸਭ ਤੋਂ ਲਾਸਟ 'ਤੇ ਇੰਪੋਰਟੈਂਟ ਚੀਜ਼ ਲਿਖੀ ਹੋਈ ਆ ਅਨਾਊਂਸਮੈਂਟਸ ਨੂੰ ਤੁਸੀਂ ਫਰੀਕੁਐਂਟਲੀ ਪੜ੍ਹਦੇ ਰਿਹਾ ਕਰੋ। ਯੂਨੀਵਰਸਿਟੀ ਵਿੱਚ ਸਮੇਂ-ਸਮੇਂ 'ਤੇ ਕੋਈ ਈਵੈਂਟ ਹੁੰਦਾ ਹੈ, ਸਮੇਂ-ਸਮੇਂ 'ਤੇ ਕੋਈ ਪਲੇਸਮੈਂਟ ਡਰਾਈਵ ਸਟਾਰਟ ਹੁੰਦੀ ਹੈ, ਕੋਈ ਉਹਦੀ ਇਨਫੋਰਮੇਸ਼ਨ ਆਉਂਦੀ ਹੈ ਜਾਂ ਹੋਰ ਕੋਈ ਇੰਪੋਰਟੈਂਟ ਇਨਫੋਰਮੇਸ਼ਨਸ ਨੇ, ਉਹ ਸਾਰੀਆਂ ਤੁਹਾਨੂੰ ਯੂਨੀਵਰਸਿਟੀ ਵੱਲੋਂ ਇਸ ਤਰ੍ਹਾਂ ਮੈਸੇਜ ਅਨਾਊਂਸਮੈਂਟ ਦੇ ਵਿੱਚ ਆਇਆ ਕਰਦਾ ਹੈ। ਜਿਵੇਂ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ, ਇੱਕ ਅਨਾਊਂਸਮੈਂਟ ਹੈ 11/11/2022 ਦੀ। ਇਹ ਅਨਾਊਂਸਮੈਂਟ ਦੇ ਵਿੱਚ ਉਹਨਾਂ ਲਿਖਿਆ ਹੈ 12 ਨਵੰਬਰ ਨੂੰ ਹਾਲੀਡੇ ਦੇ ਬਾਰੇ। 12 ਨਵੰਬਰ ਨੂੰ ਗੁਰਪੁਰਬ ਦੇ ਅਵਸਰ 'ਤੇ ਯੂਨੀਵਰਸਿਟੀ ਦੇ ਵਿੱਚ ਹਾਲੀਡੇ ਸੀ। ਇਹ ਅਨਾਊਂਸਮੈਂਟ ਪੜ੍ਹ ਕੇ ਪਤਾ ਲੱਗਿਆ ਅਤੇ ਜੇ ਅਗਰ 12 ਤਰੀਕ ਨੂੰ ਕਿਸ ਨੇ ਜਾਣ ਦਾ ਵਿਚਾਰ ਬਣਾ ਹੋਵੇ ਤਾਂ ਕੈਂਸਲ ਕਰ ਲੈਂਦਾ ਹੈ। ਇੱਦਾਂ ਇਸ ਤੋਂ ਪਿੱਛੇ ਚੱਲੀਏ। ਜਿਵੇਂ ਆਹ ਇੱਕ ਅਨਾਊਂਸਮੈਂਟ ਹੈ, ਕਾਲ ਫਾਰ ਫਰੈਸ਼ਲੀ ਐਨਰੋਲਡ LPU ਡਿਸਟੈਂਸ ਐਜੂਕੇਸ਼ਨ ਸਟੂਡੈਂਟਸ ਟੂ ਰਜਿਸਟਰ ਫਾਰ ਆਨਲਾਈਨ ਇੰਡਕਸ਼ਨ ਪ੍ਰੋਗਰਾਮ ਟੂ ਬੀ ਹੈਲਡ ਔਨ 16/11। ਹੁਣ ਤਾਂ ਚਲੋ ਬੀਤ ਗਈ ਹੈ, 17 ਤਰੀਕ ਹੋ ਗਈ ਹੈ। ਆਪਾਂ ਮੰਨ ਲਓ ਇਹ ਅਨਾਊਂਸਮੈਂਟ ਪੜ੍ਹ ਕੇ ਸਾਨੂੰ ਪਤਾ ਲੱਗਿਆ ਵੀ ਯੂਨੀਵਰਸਿਟੀ ਨੇ 16 ਤਰੀਕ ਨੂੰ ਇੱਕ ਇੰਡਕਸ਼ਨ ਪ੍ਰੋਗਰਾਮ ਰੱਖਿਆ ਹੈ ਆਨਲਾਈਨ। ਤਾਂ ਸਟੂਡੈਂਟਸ ਕੋਲ ਅਪਰਚੁਨਿਟੀ ਸੀ ਯੂਨੀਵਰਸਿਟੀ ਦੇ ਟੌਪ ਅਫੀਸ਼ੀਅਲਸ ਨਾਲ ਮੀਟਿੰਗ ਆਨਲਾਈਨ ਵਰਚੁਅਲੀ ਕਰਨ ਦੇ। ਬਹੁਤ ਸਾਰੇ ਸਟੂਡੈਂਟਸ ਨੇ ਰਜਿਸਟਰ ਕਰਕੇ ਇਸ ਇੰਡਕਸ਼ਨ ਪ੍ਰੋਗਰਾਮ ਨੂੰ ਪਾਰਟੀਸਪੇਟ ਕੀਤਾ ਹੋਊਗਾ। ਆਈ ਹੋਪ ਇੱਦਾਂ ਹੀ ਹੋਰ ਥੱਲੇ ਚੱਲਿਓ। ਹੈਗਾ ਟਾਈਮ ਟੇਬਲ ਫਾਰ ਆਨਲਾਈਨ PCP ਬ੍ਰਿਜ ਕੋਰਸਿਸ। ਇਹ ਹੁਣ ਅਨਾਊਂਸਮੈਂਟ ਤੋਂ ਹੀ ਪਤਾ ਲੱਗਦਾ ਹੈ ਕਿ ਜਿਹੜੇ ਸਟੂਡੈਂਟਸ ਨੇ MC 'ਚ ਐਡਮਿਸ਼ਨ ਲਈ ਹੋਈ ਹੈ ਔਰ MC ਦੇ ਵਿੱਚ ਉਹ ਸਟੂਡੈਂਟ ਨੇ ਜਿਨ੍ਹਾਂ ਦੇ ਪਹਿਲਾਂ ਕੰਪਿਊਟਰ ਸਬਜੈਕਟ ਪੜ੍ਹਿਆ ਹੋਇਆ, ਜਿਵੇਂ BCA ਤੋਂ ਬਾਅਦ MC 'ਚ ਐਡਮਿਸ਼ਨ ਲੈ ਲਈ। ਕੁਝ ਉਹ ਸਟੂਡੈਂਟ ਨੇ ਜਿਨ੍ਹਾਂ ਨੇ BA ਤੋਂ ਬਾਅਦ MC 'ਚ ਐਡਮਿਸ਼ਨ ਲਈ ਹੈ। ਅਗਰ BA ਵਿਦ ਮੈਥ ਤੋਂ ਬਾਅਦ MC 'ਚ ਐਡਮਿਸ਼ਨ ਲਈ ਹੈ ਤਾਂ ਉਹਨਾਂ ਦੇ 2 ਸਬਜੈਕਟ ਇੱਦਾਂ ਦੇ ਜਿਹਨੂੰ ਬ੍ਰਿਜ ਕੋਰਸ ਕਹਿੰਦੇ ਆ। ਉਹਨਾਂ ਦੀਆਂ PCP ਕਲਾਸਿਸ ਲਗਾਉਣੀਆਂ ਕੰਪਲਸਰੀ ਨੇ। ਉਹਨਾਂ ਦਾ ਟਾਈਮ ਟੇਬਲ ਯੂਨੀਵਰਸਿਟੀ ਨੇ ਭੇਜਿਆ ਹੋਇਆ। ਤੋ ਉਹਨਾਂ ਸਟੂਡੈਂਟਸ ਨੂੰ ਇਹ ਅਨਾਊਂਸਮੈਂਟਸ 'ਚੋਂ ਪਤਾ ਲੱਗੀ ਹੋਣੀ ਹੈ। ਤਾਂ ਜੇ ਤੁਸੀਂ ਅਨਾਊਂਸਮੈਂਟ ਨਹੀਂ ਪੜ੍ਹੀ, ਤੁਸੀਂ ਉਹ ਕਲਾਸਾਂ ਮਿਸ ਕਰ ਗਏ, ਦੈਟ ਮੀਨਸ ਤੁਸੀਂ ਕਿਸੇ ਨਾ ਕਿਸੇ ਤਰੀਕੇ ਨਾਲ
ਆਪਣੀ ਸਟੱਡੀ ਨੂੰ ਅਫੈਕਟ ਕਰ ਗਏ ਹੋ, ਅੱਗੇ ਹੋਰ ਚੱਲਿਓ। ਇੱਕ ਆ ਹੈ LPU ਲਾਸਟ ਡੇਟ ਫॉर ਰਜਿਸਟ੍ਰੇਸ਼ਨ ਐਕਸਟੈਂਡਡ। ਹਾਂ, LPU ਦੇ ਵਿੱਚ ਨਾ ਕੋਈ ਇਵੈਂਟ ਹੁੰਦਾ ਆ, ਹਰ ਸਾਲ ਇੱਕ ਕਲਚਰਲ ਇਵੈਂਟ ਹੁੰਦਾ ਆ, ਉਹਦਾ ਨਾਮ ਹੈ ਸਪੈਕਟਰਾ। ਤੋ ਇਹ ਹੈਗਾ ਸਪੈਕਟਰਾ 2022। ਇਹ 15 ਨਵੰਬਰ ਤੋਂ 17 ਨਵੰਬਰ ਤੱਕ ਹੋਣਾ ਸੀ, ਹੋ ਚੁੱਕਿਆ ਹੋਏਗਾ। ਇਸ ਦੇ ਵਿੱਚ ਪਾਰਟਿਸਿਪੇਟ ਕਰਨ ਵਾਸਤੇ ਵੀ ਯੂਨੀਵਰਸਿਟੀ ਤੁਹਾਨੂੰ ਅਲਾਓ ਕਰਦੀ ਹੈ ਪਾਰਟਿਸਿਪੇਟ ਕਰਨ ਵਾਸਤੇ। ਇਹ ਇਵੈਂਟ ਦੇ ਵਿੱਚ ਪਾਰਟਿਸਿਪੇਸ਼ਨ ਬਾਰੇ ਅਨਾਉਂਸਮੈਂਟ ਹੈ। Student is we are delighted to share that LPU is organizing annual mega event Spectra Inner School Youth Festival from 15 to 17 in LPU campus. Festival involves various competitive events in different categories like music, dance, theatre, fine art and literary. तो ਜਿਹੜੇ ਸਟੂਡੈਂਟ ਇਹਨਾਂ ਚੋਂ ਕਿਸੇ ਇਵੈਂਟ ਦੇ ਵਿੱਚ ਪਾਰਟਿਸਿਪੇਟ ਕਰਨਾ ਚਾਹੁੰਦੇ ਨੇ, ਕੰਪੀਟ ਕਰਨਾ ਚਾਹੁੰਦੇ ਨੇ, ਉਹਨਾਂ ਵਾਸਤੇ ਇਹ ਅਨਾਉਂਸਮੈਂਟ ਹੈ। ਉਹ ਰਜਿਸਟਰ ਕਰਨ ਵਾਸਤੇ ਆ ਲਿੰਕਸ ਨੇ, ਲਿੰਕ ਹੈ ਰਜਿਸਟਰ ਕਰਨ ਵਾਸਤੇ ਆ ਲਿੰਕ ਹੈ, ਡਿਟੇਲਸ ਵੀ ਨੇ, ਲਿੰਕ ਵੀ ਹੈ। ਅਤੇ ਹਾਂ ਆ ਸੀ ਮਿਊਜ਼ਿਕ 'ਚ ਪਾਰਟਿਸਿਪੇਟ ਕਰਨ ਵਾਸਤੇ ਇਹ ਲਿੰਕ ਹੈ। ਤਾਂ ਸਟੂਡੈਂਟ ਸਮੇਂ ਤੋਂ ਪਹਿਲਾਂ, ਹੁਣ ਤਾਂ ਸਮਾਂ ਬੀਤ ਗਿਆ, ਸਮੇਂ ਤੋਂ ਪਹਿਲਾਂ ਇੰਟਰਸਟਿਡ ਸਟੂਡੈਂਟ ਲਿੰਕ ਨੂੰ ਕਲਿੱਕ ਕਰਕੇ ਪਾਰਟਿਸਿਪੇਟ ਕਰਨ ਵਾਸਤੇ ਰਜਿਸਟਰ ਕਰ ਸਕਦੇ ਨੇ ਔਰ ਉਹ ਪਾਰਟਿਸਿਪੇਟ ਕਰ ਸਕਦੇ ਨੇ। ਇਸ ਤਰ੍ਹਾਂ ਹੀ ऑनलाइन PCP ਬਾਰੇ ਇਹ ਅਨਾਉਂਸਮੈਂਟ ਆਈ ਸੀ, ਜੋ ਹੁਣ ਤਾਂ ਐਕਸਪਾਇਰ ਹੋ ਚੁੱਕੀ ਹੈ। 5/11 ਨੂੰ ਅਨਾਉਂਸਮੈਂਟ ਆਈ ਸੀ ਕਿ ਜਿਹੜਾ ਸਟੂਡੈਂਟਸ ਨੇ PCP 'ਚ ਪਾਰਟਿਸਿਪੇਟ ਕਰਨਾ ਆ, ਮਤਲਬ ਔਨਲਾਈਨ ਕਲਾਸਾਂ 'ਚ ਪਾਰਟਿਸਿਪੇਟ ਕਰਨਾ, ਔਨਲਾਈਨ ਕਲਾਸਾਂ ਅਟੈਂਡ ਕਰਨੀਆਂ ਨੇ, ਉਹ ਵੀ ਪਹਿਲਾਂ ਰਜਿਸਟਰ ਕਰਨ। ਜਿਨ੍ਹਾਂ ਨੇ ਰਜਿਸਟਰ ਕੀਤਾ ਉਹਨਾਂ ਨੂੰ ਕਲਾਸਾਂ ਮਿਲਣੀਆਂ ਨੇ। ਉਹਨਾਂ ਦੀ ਰਜਿਸਟਰ ਕਰਨ ਦੀ ਲਾਸਟ ਡੇਟ 8 ਸੀਗੀ ਅਤੇ ਰਜਿਸਟਰ ਕਰਨ ਦਾ ਲਿੰਕ ਸੀਗਾ ਈਕਨੈਕਟ ਦੇ ਵਿੱਚ PCP 'ਚ ਜਾ ਕੇ PCP ਰਜਿਸਟ੍ਰੇਸ਼ਨ। ਤੋ ਇਹ ਅਨਾਉਂਸਮੈਂਟਾਂ ਨੂੰ ਜ਼ਰੂਰ ਸਟੂਡੈਂਟ ਚੈੱਕ ਕਰਦਾ ਰਹੇ ਜਦੋਂ ਸਮਾਂ ਮਿਲੇ। ਅਤੇ ਮੈਂ ਹੋਰ ਇਹ 'ਚ ਕੀ ਦੱਸਾਂ, ਯੈਸ ਅਗਲੀਆਂ ਕੁਝ ਹੋਰ ਗੱਲਾਂ ਮੈਂ ਨੈਕਸਟ ਵੀਡੀਓ ਦੱਸਾਂਗਾ। ਇਹਨੂੰ ਮੈਂ ਇੱਥੇ ਹੀ ਸਟਾਪ ਕਰਦਾ, ਸਾਈਨ ਆਊਟ ਕਰਦਾ। ਹਾਂ, ਇੱਕ ਮੈਂ ਇਹ ਦੱਸਦਾ, ਪਾਸਵਰਡ ਚੇਂਜ ਕਰਨ ਦਾ। ਸਟੂਡੈਂਟ ਆਪਣਾ ਪਾਸਵਰਡ ਚੇਂਜ ਕਰ ਸਕਦਾ। ਨਾ ਜਿੱਥੇ ਉਹਦੀ ਪਿਕ ਲੱਗੀ ਹੁੰਦੀ ਹੈ ਉਹਦੇ ਵਿੱਚ ਜਾ ਕੇ ਸਟੂਡੈਂਟ ਚੇਂਜ ਪਾਸਵਰਡ 'ਤੇ ਕਲਿੱਕ ਕਰੇ ਤਾਂ ਸਟੂਡੈਂਟ ਨੂੰ ਕੰਪਿਊਟਰ ਪੁੱਛੂਗਾ ਓਲਡ ਪਾਸਵਰਡ ਭਰੋ, ਓਲਡ ਪਾਸਵਰਡ ਫਿਲ ਕਰ ਦਿਓ, ਫਿਰ ਇੱਥੇ ਨਿਊ ਪਾਸਵਰਡ ਦੁਬਾਰਾ ਫਿਲ ਕਰੋ, ਅਪਡੇਟ ਕਰੋ। ਸਟੂਡੈਂਟ ਆਪਣਾ ਪਾਸਵਰਡ ਚੇਂਜ ਕਰ ਸਕਦਾ ਆ। ਸਟੂਡੈਂਟ ਨੂੰ ਉਹ ਔਖਾ ਜਿਹਾ ਪਾਸਵਰਡ ਯਾਦ ਕਰਨਾ ਔਖਾ ਤਾਂ ਆਪਣਾ ਈਜ਼ੀ ਪਾਸਵਰਡ ਆਪਣੇ ਮੁਤਾਬਕ ਰੱਖ ਲਵੇ। ਹੁਣ ਮੈਂ ਕੀ ਕਰਦਾ, ਲੌਗ ਆਊਟ ਅਤੇ ਇਹਨੂੰ ਵੀਡੀਓ ਨੂੰ ਕਰਦਾ ਮੈਂ ਸਟਾਪ।